ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਜਬ ਤੇ ਸਾਧੂ ਸੰਗਤ ਪਾਏ, ਗੁਰ ਭੇਟਤ ਹੋਂ ਗਈ ਬਲਾਏ। ਸਾਸ ਸਾਸ ਹਰ ਗਾਵੈ ਨਾਨਕ, ਸਤਿਗੁਰ ਢਾਕ ਲਿਆ ਮੇਰਾ ਪੜਦਾ ਜੀਓ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਏ 10ਵੇਂ ਵਿੱਚ ਅੱਜ ਆਪਾਂ ਅਸਾਮ ਦੇ ਰਾਜੇ ਦਾ ਗੁਰੂ ਜੀ ਦੀ ਸ਼ਰਨ ਵਿੱਚ ਆਉਣ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਅਸਾਮ ਦਾ ਰਾਜਾ ਸ਼ਰਧਾ ਅਤੇ ਪ੍ਰੇਮ ਭਾਵਨਾ ਨਾਲ ਸਤਿਗੁਰੂ ਜੀ ਦੇ ਪਾਸ ਚਲਾ ਗਿਆ। ਸ਼ਰਨ ਸ਼ਰਨ ਕਹਿ ਕੇ ਅੱਗੇ ਲੰਮਾ ਪੈ ਗਿਆ ਅਤੇ ਚਰਨ ਕਮਲਾਂ 'ਤੇ ਬੰਦਨਾ ਧਾਰਨ ਕੀਤੀ। ਕਾਮਰੂਪ ਦੇਸ਼ ਦਾ ਮੈਂ ਰਾਜਾ ਹਾਂ, ਸਾਰੇ ਸਮਾਜ ਨੂੰ ਛੱਡ ਕੇ ਤੁਹਾਡੇ ਪਾਸ ਆਇਆ ਹਾਂ। ਹਿੰਦੂਆਂ ਦਾ ਤੁਸੀਂ ਆਸਰਾ ਹੋ ਅਤੇ ਆਪਣੇ ਦਾਸਾਂ ਦੇ ਸਹਾਇਕ ਬਣਦੇ ਹੋ। ਦੇਵੀ ਦੀ ਆਗਿਆ ਦੇ ਨਾਲ ਹੇ ਨਾਥ ਜੀ, ਮੈਂ ਤੁਹਾਡੀ ਸ਼ਰਨ ਆਇਆ ਹਾਂ। ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ ਉਸ ਤਰ੍ਹਾਂ ਹੀ ਹੁਣ ਕਰੋ, ਸਾਰੇ ਤੁਹਾਡੀ ਆਗਿਆ ਅਨੁਸਾਰ ਹਨ। ਹੇ ਗੁਰੂ ਸਵਾਮੀ ਜੀ, ਫਿਰ ਵੀ ਇੱਕ ਬੇਨਤੀ ਸਰਵਣ ਕਰਦਾ ਹਾਂ। ਆਪ ਜੀ ਸਭ ਵਿਧੀਆਂ ਨਾਲ ਸਮਰੱਥ ਅਤੇ ਅੰਤਰਜਾਮੀ ਹੋ। ਅਸੀਂ ਹਿੰਦੂ ਗੁਰੂ ਜੀ ਦੇ ਭਾਵ ਆਪ ਦੇ ਸਿੱਖ ਹਾਂ, ਸਾਰਾ ਦੇਸ਼ ਮੰਨਦਾ ਹੈ। ਹੁਣ ਤੁਰਕ ਬਾਦਸ਼ਾਹ ਦੇ ਵੱਸ ਵਿੱਚ ਹੈ, ਸਾਨੂੰ ਡੇਗਣਾ ਯੋਗ ਨਹੀਂ ਹੈ। ਸਾਡਾ ਸਹਾਇਕ ਬਣਨਾ ਉਚਿਤ ਹੈ। ਸਾਰੇ ਹਿੰਦੂ ਤੁਹਾਡੇ ਆਸਰੇ ਹਨ। ਰਾਜੇ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਕਿਰਪਾ ਧਾਰਨ ਕੀਤੀ ਅਤੇ ਆਪਣੇ ਹੱਥਾਂ ਨਾਲ ਦਸਤਾਰ ਲੈ ਕੇ ਜਿਸ ਸਮੇਂ ਰਾਜੇ ਦੇ ਸਿਰ ਉੱਤੇ ਧਰੀ ਤਾਂ ਉਸ ਦੇ ਵਿਸ਼ਾਲ ਭਾਗ ਜਾਗ ਪਏ। ਰਾਜੇ ਦੇ ਮੋਹ ਭਰਮ ਦੇ ਜਟਲ ਕਪਾਟ ਖੁੱਲ੍ਹ ਗਏ ਅਤੇ ਠਾਠ ਹੋਰ ਦਾ ਹੋਰ ਹੋ ਗਿਆ। ਫਿਰ ਇੱਕ ਸੁੰਦਰ ਦੁਪੱਟਾ ਦਿੱਤਾ ਅਤੇ ਕਿਰਪਾ ਧਾਰ ਕੇ ਨਿਹਾਲ ਕਰ ਦਿੱਤੇ। ਰਾਜੇ ਦੇ ਦੇਵੀ ਦੀ ਪੂਜਾ ਨਾਲ ਕਪਾਟ ਨਹੀਂ ਸੀ ਖੁੱਲ੍ਹੇ, ਪਰ ਸਤਿਗੁਰੂ ਜੀ ਦਾ ਸਪਰਸ਼ ਹੁੰਦਿਆਂ ਹੀ ਇਹ ਕਪਾਟ ਖੁੱਲ੍ਹ ਗਏ। ਇਸ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਵੀ ਹੈ, ਤੂੰ ਕਹੀਅਤ ਹੀ ਆਦਿ ਭਵਾਨੀ, ਮੁਕਤ ਕੀ ਬਰੀਆ ਕਹਾਂ ਛਪਾਨੀ। ਇਹ ਪਾਵਨ ਸ਼ਬਦ ਅੰਗ 874 'ਤੇ ਸੁਸ਼ੋਭਿਤ ਹੈ, ਜਿਸ ਦਾ ਭਾਵ ਅਰਥ ਇਹ ਹੈ ਕਿ ਤੂੰ ਆਦਿ ਦੇਵੀ ਆਖੀ ਜਾਂਦੀ ਹੈ। ਮੁਕਤੀ ਦੇਣ ਵੇਲੇ ਤੂੰ ਆਪਣੇ ਆਪ ਨੂੰ ਕਿੱਥੇ ਲੁਕਾ ਲੈਂਦੀ ਹੈ। ਗੁਰੂ ਜੀ ਨੇ ਜਿਹੜੇ ਰਾਜੇ ਦੇ ਸਾਰੇ ਸ਼ਸਤਰ ਬਸਤਰ ਮੰਗਵਾ ਲਏ ਸਨ, ਉਹਨਾਂ ਵਿੱਚੋਂ ਇੱਕ ਕਟਾਰ ਰਾਜੇ ਨੂੰ ਨਾ ਦਿੱਤਾ। ਗੁਰੂ ਜੀ ਨੇ ਉਸ ਨੂੰ ਆਪਣੇ ਪਾਸ ਰੱਖ ਲਿਆ ਅਤੇ ਕਿਹਾ, ਹੇ ਰਾਜਨ, ਤੁਸੀਂ ਜਿਵੇਂ ਕਿਹਾ ਹੈ ਅਸੀਂ ਵੀ ਉਸ ਤਰ੍ਹਾਂ ਕਰਨਾ ਚਾਹੁੰਦੇ ਹਾਂ। ਚਿੱਤ ਵਿੱਚ ਕਿਸੇ ਪ੍ਰਕਾਰ ਦੀ ਵੀ ਚਿੰਤਾ ਨਾ ਕਰੋ, ਸਾਡੇ ਬਚਨਾਂ ਦੇ ਅਨੁਸਾਰ ਰਹੋ। ਦੋਹੀਂ ਪਾਸੀ ਜਿਵੇਂ ਸੌਖ ਹੋਵੇ, ਦੇਸ਼ ਵਿੱਚ ਜਿਵੇਂ ਤੁਹਾਨੂੰ ਕਿਸੇ ਦਾ ਭੈ ਨਾ ਰਹੇ। ਰਾਜਾ ਵੱਡੀ ਕਰਾਮਾਤ ਨੂੰ ਵੇਖ ਕੇ ਸ਼ਰਧਾ ਧਾਰ ਕੇ ਬਹੁਤ ਪ੍ਰਸੰਨ ਹੋਇਆ। ਹੱਥ ਜੋੜ ਕੇ ਫਿਰ ਬੇਨਤੀ ਕੀਤੀ, ਸਾਡਾ ਹਿੰਦੂ ਧਰਮ ਹੈ, ਦਾਸ ਦੀ ਇਸ ਤਰ੍ਹਾਂ ਸਹਾਇਤਾ ਕਰੋ ਕਿ ਅਸੀਂ ਤੁਰਕ ਬਾਦਸ਼ਾਹ ਨੂੰ ਕਿਸੇ ਤਰ੍ਹਾਂ ਵੀ ਨਾ ਵੇਖੀਏ। ਤੁਰਕਾਂ ਦੇ ਸੰਗ ਨਾਲ ਧਰਮ ਦੀ ਹਾਨੀ ਹੋਵੇਗੀ। ਉਹਨਾਂ ਨਾਲ ਬੋਲਣਾ, ਮਿਲਣਾ ਅਤੇ ਛੂਹਣਾ ਵੀ ਧਰਮ ਨਹੀਂ ਹੈ। ਗੁਰੂ ਜੀ ਦੀ ਆਗਿਆ ਸਾਡਾ ਧਰਮ ਹੈ। ਹੇ ਪ੍ਰਭੂ ਜੀ, ਮਾਰਨ ਵਾਲੇ ਅਤੇ ਜਿਵਾਉਣ ਵਾਲੇ ਆਪ ਹੀ ਹੋ। ਤੁਰਕ ਬਾਦਸ਼ਾਹ ਦੀ ਜਿਵੇਂ ਆਗਿਆ ਹੈ ਉਹ ਸਾਡੇ ਪਾਸੋਂ ਨਾ ਮਨਾਵੋ। ਇਹ ਪ੍ਰਭੂ ਜੀ ਤੁਹਾਡਾ ਵੱਡਾ ਕਾਰਜ ਹੈ। ਹੋਰ ਜਿਵੇਂ ਤੁਸੀਂ ਕਹੋ, ਅਸੀਂ ਤੁਹਾਡੀ ਆਗਿਆ ਅਨੁਸਾਰ ਹਾਂ। ਸਤਿਗੁਰੂ ਜੀ ਨੇ ਫਿਰ ਕਿਰਪਾ ਧਾਰ ਕੇ ਕਿਹਾ, ਅਸੀਂ ਉਸ ਤਰ੍ਹਾਂ ਹੀ ਕਰਾਂਗੇ ਜਿਵੇਂ ਤੁਸੀਂ ਚਾਹਿਆ ਹੈ। ਬਿਸ਼ਨ ਸਿੰਘ ਇੱਕ ਧਰਮੀ ਰਾਜਾ ਹੈ। ਸਾਡੇ ਭਰੋਸੇ ਉੱਤੇ ਉਸਨੇ ਕਾਰਜ ਸਾਜਿਆ ਹੈ। ਉਸ ਦਾ ਹਿਰਦਾ ਸਰਲ ਹੈ, ਉਸ ਵਿੱਚ ਕਿਸੇ ਪ੍ਰਕਾਰ ਦਾ ਕਪਟ ਨਹੀਂ ਹੈ। ਹੁਣ ਸਾਡੀ ਆਗਿਆ ਅਨੁਸਾਰ ਚੱਲਦਾ ਹੈ। ਉਸ ਨਾਲ ਮਿਲ ਕੇ ਸੰਧੀ ਕਰ ਲਓ ਅਤੇ ਆਪਣਾ ਕਾਰਜ ਸੁਧਾਰ ਲਓ। ਤੁਰਕ ਬਾਦਸ਼ਾਹ ਨਾਲ ਤੁਹਾਡਾ ਮੇਲ ਨਹੀਂ ਹੋਵੇਗਾ। ਦੋਵੇਂ ਆਪਸ ਵਿੱਚ ਪ੍ਰਸੰਨ ਰਹੋ। ਰਾਜਾ ਸੁਣ ਕੇ ਕਹਿਣ ਲੱਗਾ, ਹੇ ਮੁਕਤੀ ਦਾਤੇ ਗੁਰੂ ਜੀ, ਅਸੀਂ ਆਪ ਜੀ ਦਾ ਵਚਨ ਮੰਨਿਆ ਹੈ। ਫਿਰ ਵੀ ਇੱਕ ਬੇਨਤੀ ਸੁਣ ਲਓ। ਤੁਰਕ ਪਾਸ ਬਹੁਤ ਵੱਡੀ ਫੌਜ ਜਾਣੀ ਜਾਂਦੀ ਹੈ। ਅਸੀਂ ਇਹ ਕਸਮ ਪਾਈ ਹੋਈ ਹੈ ਕਿ ਤੁਰਕਾਂ ਨੂੰ ਨਾ ਵੇਖੀਏ ਅਤੇ ਨਾ ਹੀ ਇਸ ਪਾਰ ਆ ਕੇ ਮਿਲੀਏ। ਬ੍ਰਹਮਪੁੱਤਰ ਦਰਿਆ ਦੇ ਪਾਰ ਆਓ
ਤੇ ਆਪਣੇ ਪਵਿੱਤਰ ਚਰਨ ਉੱਥੇ ਪਾਓ। ਤੁਸੀਂ ਆਏ ਹੋ ਸਾਡੇ ਦੇਸ਼ ਨੂੰ ਪਵਿੱਤਰ ਕਰੋ। ਸਾਰੇ ਮਨੁੱਖ ਤੁਹਾਡੇ ਸ਼ੁਭ ਦਰਸ਼ਨ ਕਰਨ। ਉਹ ਉਪਹਾਰ ਭੇਟ ਕਰਕੇ ਕਿਰਤਾਰਥ ਹੋ ਜਾਣਗੇ ਤੇ ਆਪ ਜੀ ਦੇ ਚਰਨਾਂ ਤੇ ਆਪਣੇ ਸੀਸ ਸਪਰਸ਼ ਕਰਨਗੇ। ਹੇ ਮਾਲਕ ਗੁਰੂ ਜੀ, ਬਿਸ਼ਨ ਸਿੰਘ ਨੂੰ ਨਾਲ ਲੈ ਕੇ ਸਾਡੇ ਦੇਸ਼ ਵਿੱਚ ਆਓ। ਉੱਥੇ ਦੋਵਾਂ ਦਾ ਮਿਲਾਪ ਕਰਾਓ। ਦੋਵੇਂ ਪਾਸੇ ਮੰਨਣਗੇ ਜੋ ਕੁਝ ਆਪ ਕਹੋਗੇ। ਸਤਿਗੁਰੂ ਜੀ ਨੇ ਕਿਹਾ, ਇਸ ਤਰ੍ਹਾਂ ਹੀ ਹੋਵੇਗਾ ਤੇ ਇੱਥੋਂ ਉਲਟ ਕੁਝ ਨਹੀਂ ਕਰਾਂਗਾ। ਜੇ ਤੂੰ ਆ ਕੇ ਸ਼ਰਨ ਪੈ ਗਿਆ ਹੈ ਤਾਂ ਅਸੀਂ ਦੋਵਾਂ ਦਾ ਭਲਾ ਕਰਨਾ ਚਾਹੁੰਦੇ ਹਾਂ। ਗੁਰੂ ਜੀ ਨੇ ਬੜੇ ਆਦਰ ਨਾਲ ਰਾਜੇ ਨੂੰ ਸਰੋਪਾ ਦਿੱਤਾ ਤੇ ਬੰਦਨਾ ਕਰਕੇ ਰਾਜਾ ਚਲੇ ਗਿਆ। ਰਾਤ ਨੂੰ ਬੇੜੀ ਵਿੱਚ ਚੜ੍ਹ ਕੇ ਚਲੇ ਗਿਆ ਤੇ ਆਪਣੇ ਘਰ ਵਿਖੇ ਪਹੁੰਚ ਗਿਆ। ਸਵੇਰ ਹੋਈ ਤਾਂ ਗੁਰੂ ਜੀ ਨੇ ਆਪਣੇ ਸੇਵਕ ਨੂੰ ਭੇਜਿਆ ਤੇ ਬਿਸ਼ਨ ਸਿੰਘ ਨੂੰ ਆਪਣੇ ਪਾਸ ਬੁਲਾਇਆ। ਉਹ ਆ ਕੇ ਬੰਦਨਾ ਕਰਕੇ ਬੈਠ ਗਿਆ ਤੇ ਬੋਲ ਕੇ ਬੇਨਤੀ ਕੀਤੀ, ਮੈਂ ਤੁਹਾਡਾ ਦਾਸ ਹਾਂ। ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਬੀਤਿਆ ਬਿਰਤਾਂਤ ਸਾਰਾ ਵਿਸਥਾਰ ਨਾਲ ਦੱਸਿਆ। ਸਭ ਰੀਤੀਆਂ ਨਾਲ ਤੇਰੀ ਵਿਜੇ ਹੋਈ ਹੈ, ਜਿਨ੍ਹਾਂ ਨੂੰ ਹੁਣ ਤੱਕ ਕੋਈ ਨਹੀਂ ਸੀ ਜਿੱਤ ਸਕਿਆ। ਉਹ ਤੈਨੂੰ ਮਿਲ ਕੇ ਉਪਹਾਰ ਦੇਵੇਗਾ ਜਿਹੜਾ ਮੰਤਰਾਂ ਦੀ ਸ਼ਕਤੀ ਨਾਲ ਵਸ ਵਿੱਚ ਨਹੀਂ ਸੀ ਹੁੰਦਾ। 1000 ਰਾਜਪੂਤ ਆਪਣੇ ਨਾਲ ਲਓ ਤੇ ਸ਼ਕਤੀਸ਼ਾਲੀ ਘੋੜਿਆਂ ਤੇ ਉਹਨਾਂ ਨੂੰ ਸਵਾਰ ਕਰੋ। ਅੱਜ ਸਰਬ ਪ੍ਰਕਾਰ ਦੀ ਤਿਆਰੀ ਕਰੋ ਤੇ ਸਵੇਰ ਹੁੰਦਿਆਂ ਹੀ ਬੇੜੀਆਂ ਤੇ ਚੜ੍ਹੋ। ਇਹ ਸੁਣ ਕੇ ਰਾਜਾ ਬਹੁਤ ਪ੍ਰਸੰਨ ਹੋਇਆ, ਜਿਵੇਂ ਉਸਨੇ 9 ਨਿਧੀਆਂ ਪ੍ਰਾਪਤ ਕਰ ਲਈਆਂ ਹੋਣ। ਬਾਰ-ਬਾਰ ਬੰਦਨਾ ਕਰਦਾ ਸੀ ਤੇ ਕਹਿੰਦਾ ਸੀ, ਹੇ ਪ੍ਰਭੂ ਜੀ, ਆਪਣਾ ਜਿਉਣਾ ਹੁਣ ਮੈਂ ਜਾਣਿਆ ਹੈ। ਮੈਨੂੰ ਤੁਸੀਂ ਪ੍ਰਾਣ ਦਾਨ ਕੀਤੇ ਹਨ ਤੇ ਕਾਰਜ ਸੁਧਾਰ ਦਿੱਤੇ ਹਨ। ਇਸ ਤਰ੍ਹਾਂ ਕਹਿ ਕੇ ਬੇਨਤੀ ਕੀਤੀ ਤੇ ਆਪਣੇ ਡੇਰੇ ਵਿੱਚ ਜਾ ਕੇ ਤਿਆਰੀ ਕਰਵਾਈ। 1000 ਰਾਜਪੂਤ ਚੁਣ ਕੇ ਵੱਖਰੇ ਕੀਤੇ। ਸ਼ੁਭ ਸ਼ਸਤਰ ਵਸਤਰ ਸਭ ਨੇ ਧਾਰਨ ਕੀਤੇ। ਫਿਰ ਰਾਜੇ ਨੇ ਕਿਹਾ, ਸਵੇਰ ਹੁੰਦਿਆਂ ਹੀ ਘੋੜਿਆਂ ਤੇ ਸਵਾਰ ਹੋ ਜਾਓ। ਰਾਤ ਸਮੇਂ ਤਿਆਰੀ ਕਰਕੇ ਸੁੱਤੇ ਤੇ ਸਵੇਰੇ ਸਵਖਤੇ ਉੱਠ ਕੇ ਆਪਣਾ ਕਾਰਜ ਵੇਖਿਆ। ਇਸ਼ਨਾਨ ਕਰਕੇ ਰੇਸ਼ਮ ਦੇ ਕੱਪੜੇ ਧਾਰਨ ਕੀਤੇ ਤੇ ਸਤਿਗੁਰੂ ਜੀ ਨੂੰ ਮਿਲ ਕੇ ਤਿਆਰ ਕੀਤਾ। ਗੁਰੂ ਜੀ ਪਾਲਕੀ ਵਿੱਚ ਚੜ੍ਹ ਕੇ ਰਾਜੇ ਦੇ ਨਾਲ ਚੱਲ ਪਏ। ਬੇੜੀਆਂ ਉੱਪਰ ਚੜ੍ਹ ਗਏ ਜਿੱਥੇ ਵਿਸ਼ਾਲ ਪਾਣੀ ਸੀ। ਜਦ ਦਰਿਆ ਪਾਰ ਕਰਕੇ ਅਗਲੇ ਕਿਨਾਰੇ ਪਹੁੰਚੇ ਤਦ ਕਾਮਰੂਪ ਦੇਸ਼ ਦੇ ਰਾਜੇ ਨੇ ਉਹਨਾਂ ਦੇ ਆਉਣ ਬਾਰੇ ਸੁਣਿਆ। ਉਸਨੇ ਕੁਝ ਘੋੜੇ ਤੇ ਵਿਸ਼ਾਲ ਵਸਤਰ ਲਏ ਤੇ ਕਾਫੀ ਧਨ ਆਪਣੇ ਨਾਲ ਲੈ ਕੇ ਚੱਲ ਪਿਆ। ਹੋਰ ਕਈ ਸੁੰਦਰ ਉਪਹਾਰ ਲਏ ਜਿਹੜੇ ਕਿ ਉਸ ਦੇਸ਼ ਵਿੱਚ ਬਣੇ ਸਨ। ਕਾਮਰੂਪ ਦੇਸ਼ ਦਾ ਰਾਜਾ ਬਿਸ਼ਨ ਸਿੰਘ ਰਾਜੇ ਨੂੰ ਆ ਕੇ ਮਿਲਿਆ ਤੇ ਦੋਵਾਂ ਦੇ ਵਿਚਕਾਰ ਮਾਲਕ ਗੁਰੂ ਜੀ ਬੈਠ ਗਏ। ਜਿੰਨਾ ਲੈਣ ਦੇਣ ਦੋਹਾਂ ਦੇ ਮਨ ਨੂੰ ਚੰਗਾ ਲੱਗਾ, ਉਹਨਾਂ ਸ਼੍ਰੀ ਪ੍ਰਭੂ ਜੀ ਨੇ ਦੋਵਾਂ ਵਿੱਚ ਕਰਵਾ ਦਿੱਤਾ। ਦੋਵਾਂ ਦੀ ਆਪਸ ਵਿੱਚ ਮਿੱਤਰਤਾ ਹੋ ਗਈ। ਪ੍ਰੇਮ ਰਸ ਵਧਿਆ ਵੇਖ ਕੇ ਦਿਲ ਵਿੱਚ ਬਹੁਤ ਪ੍ਰਸੰਨ ਹੋਏ। ਦੋਵਾਂ ਰਾਜਿਆਂ ਨੇ ਆਪਸ ਵਿੱਚ ਪੱਗ ਵਟਾਈ ਤੇ ਦੋਵੇਂ ਇੱਕ ਦੂਸਰੇ ਨੂੰ ਜੱਫੀਆਂ ਪਾ ਕੇ ਮਿਲੇ। ਕਾਮਰੂਪ ਦੇਸ਼ ਦੇ ਰਾਜੇ ਨੇ ਸਤਿਗੁਰੂ ਜੀ ਨੂੰ ਕਹਿ ਕੇ ਵਿਸ਼ੇਸ਼ ਬੇਨਤੀ ਕੀਤੀ, ਹੁਣ ਕੋਈ ਨਿਸ਼ਾਨੀ ਸਾਨੂੰ ਦਿਓ। ਸਾਡੇ ਉੱਤੇ ਕਿਰਪਾ ਧਾਰ ਕੇ ਪ੍ਰਸੰਨ ਹੋਵੋ। ਸਾਨੂੰ ਆਪਣੇ ਪੈਰ ਦੀ ਜੁੱਤੀ ਹੀ ਦੇ ਦਿਓ। ਸਾਰਾ ਦੇਸ਼ ਇਸ ਦੀ ਪੂਜਾ ਕਰੇਗਾ। ਜਾਂ ਹੋਰ ਕੋਈ ਵਸਤੂ ਇਸ ਦੇਸ਼ ਨੂੰ ਦਿਓ ਜਿਸ ਉੱਤੇ ਇਹ ਲੋਕ ਵਿਸ਼ੇਸ਼ ਸ਼ਰਧਾ ਧਾਰਨ ਕਰਨ। ਇਸ ਤਰ੍ਹਾਂ ਰਾਜੇ ਦਾ ਜਦ ਪ੍ਰੇਮ ਵੇਖਿਆ ਤਾਂ ਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਨਾਲ ਉਸ ਨੂੰ ਵੇਖਿਆ। ਸ਼੍ਰੀ ਗੁਰੂ ਜੀ ਨੇ ਆਪਣਾ ਧਨੁੱਖ ਸੰਭਾਲਿਆ ਤੇ ਭੱਥੇ ਵਿੱਚੋਂ ਇੱਕ ਤੀਰ ਕੱਢਿਆ। ਤੀਰ ਨੂੰ ਧਨੁੱਖ ਵਿੱਚ ਰੱਖ ਕੇ ਕੰਨਾਂ ਤੱਕ ਖਿੱਚਿਆ ਤੇ ਸਾਹਮਣੇ ਇੱਕ ਬ੍ਰਿਛ ਨੂੰ ਵੇਖ ਕੇ ਨਿਸ਼ਾਨਾ ਲਾਇਆ। ਉਸ ਬ੍ਰਿਛ ਨੂੰ ਵੇਖ ਕੇ ਤੀਰ ਨੂੰ ਛੱਡਿਆ ਤਾਂ ਉਹ ਬੜੇ ਜ਼ੋਰ ਨਾਲ ਉਸ ਦਰਖਤ ਨੂੰ ਲੱਗਾ। ਇਸ ਤਰ੍ਹਾਂ ਤੀਰ ਗਿਆ ਕਿ ਤੀਰ ਦੀ ਮੁਖੀ ਬ੍ਰਿਛ ਵਿੱਚੋਂ ਪਾਰ ਹੋ ਗਈ ਤੇ ਦੋਵੇਂ ਪਾਸੇ ਥੋੜ੍ਹੇ ਥੋੜ੍ਹੇ ਦਿਸ ਪਏ। ਫਿਰ ਸਤਿਗੁਰੂ ਜੀ ਨੇ ਕਿਹਾ, ਚਿੰਨ੍ਹ ਵਾਲੇ ਇਸ ਸਥਾਨ ਦੀ ਸਾਰੇ ਸ਼ਰਧਾ ਧਾਰ ਕੇ ਪੂਜਾ ਕਰਨਗੇ। ਜੇ ਇਸ ਦੇਸ਼ ਵਿੱਚ ਕੋਈ ਵਿਘਨ ਹੋ ਜਾਵੇ, ਇਸ ਨੂੰ ਮੰਨਣ ਨਾਲ ਤੁਰੰਤ ਸਾਰੇ ਵਿਘਨ ਖਤਮ ਹੋ ਜਾਣਗੇ। ਕੋਈ ਵੀ ਕਿਸੇ ਵਿਧੀ ਨਾਲ ਕੋਈ ਫਲ ਪ੍ਰਾਪਤੀ ਦੀ ਇੱਛਾ ਕਰਦਾ ਹੋਵੇ, ਇਸ ਸਥਾਨ ਦੀ ਪੂਜਾ ਕਰਨ ਨਾਲ ਪ੍ਰਾਪਤ ਹੋ ਜਾਏਗਾ। ਅੱਜ ਦੇ ਦਿਨ ਇੱਥੇ ਮੇਲਾ ਲਾਓ। ਸਾਰੇ ਦੇਸ਼ ਦੇ ਮਨੁੱਖਾਂ ਨੂੰ ਇਕੱਠਾ ਕਰੋ। ਇਹ ਮੰਨੋ ਕਿ ਮਹਾਨ ਮਹਾਤਮ ਪਾਇਆ ਹੈ। ਧੂਖ ਧੁਖਾਵੋ, ਦੀਪ ਜਲਾਓ ਤੇ ਪ੍ਰਸ਼ਾਦ ਭੇਟ ਚੜਾਓ। ਇਹ ਸੁਣ ਕੇ ਰਾਜੇ ਨੇ ਬੜੀ ਸ਼ਰਧਾ ਧਾਰਨ ਕੀਤੀ ਤੇ ਉਸ ਸਥਾਨ 'ਤੇ ਇੱਕ ਬ੍ਰਾਹਮਣ ਨੂੰ ਪੁਜਾਰੀ ਬਣਾ ਕੇ ਬਿਠਾ ਦਿੱਤਾ। ਸਦਾ ਉਹ ਕੜਾਹ ਪ੍ਰਸ਼ਾਦ ਕਰਵਾਉਂਦਾ ਸੀ ਤੇ ਉੱਥੇ ਲਿਆ ਕੇ ਵਰਤਾ ਦਿੰਦਾ ਸੀ। ਸਰਬ ਪ੍ਰਕਾਰ ਪੂਜਾ ਕਰਕੇ ਉੱਥੋਂ ਮਨ ਇੱਛਿਤ ਫਲ ਪ੍ਰਾਪਤ ਕਰਦੇ ਸਨ। ਇਸ ਤਰ੍ਹਾਂ ਸਤਿਗੁਰੂ ਜੀ ਨੇ ਦੋਵਾਂ ਰਾਜਿਆਂ ਨੂੰ ਮਿਲਾ ਦਿੱਤਾ
ਤੇ ਸਾਰਿਆਂ ਦੇ ਸੁਣਦਿਆਂ ਬਚਨ ਕੀਤਾ, ਤੁਸੀਂ ਦੋਵੇਂ ਰਾਜੇ ਵੱਡੇ ਬੁੱਧੀਵਾਨ ਹੋ, ਸਾਥੋਂ ਆਪਣੀ ਹਿੱਤ ਦੇ ਬਚਨ ਸੁਣੋ। ਇਸ ਖੰਜਰ ਨੂੰ ਅਸੀਂ ਧਰਤੀ ਵਿੱਚ ਕੱਢਦੇ ਹਾਂ, ਇੱਥੇ ਇੱਕ ਸੁੰਦਰ ਨਗਰੀ ਵਸਾਓ। ਇਸ ਨੂੰ ਅਸੀਂ ਦੋਹਾਂ ਰਾਜਾਂ ਦੀ ਹੱਦ ਬਣਾਉਂਦੇ ਹਾਂ, ਇੱਥੇ ਬਹੁਤ ਬਾਦਸ਼ਾਹੀ ਸੈਨਾ ਰਹੇਗੀ। ਇਸ ਪਾਸੇ ਰਾਜਾ ਕਾਮਰੂਪ ਰਹੇ ਤੇ ਅੱਗੇ ਨਾ ਜਾਵੇ ਤੇ ਦੁਬਾਰਾ ਕਿਸੇ ਪ੍ਰਕਾਰ ਦੇ ਵਿਰੋਧ ਨੂੰ ਨਾ ਉਠਾਵੇ। ਜਿੱਥੇ ਬਾਦਸ਼ਾਹ ਦੀ ਇੱਥੇ ਚੌਂਕੀ ਰਹੇਗੀ, ਉੱਥੇ ਅਸੀਂ ਨਗਰੀ ਵਸਾਉਣੀ ਚਾਹੁੰਦੇ ਹਾਂ। ਇਹ ਨਗਰੀ ਹੱਦ ਵਾਸਤੇ ਵਸਾਉਂਦੇ ਹਾਂ। ਇਹ ਸੁਣ ਕੇ ਦੋਵੇਂ ਰਾਜੇ ਪ੍ਰਸੰਨ ਹੋ ਗਏ। ਆਪੋ ਆਪਣੀ ਮਰਿਆਦਾ ਕਰਕੇ ਦੋਹਾਂ ਪਾਸਿਆਂ ਦੇ ਲੋਕ ਪ੍ਰਸੰਨਤਾ ਧਾਰ ਕੇ ਰਹਿਣ। ਗੁਰੂ ਜੀ ਦੇ ਬਚਨਾਂ ਨੂੰ ਚੰਗਾ ਮੰਨ ਕੇ ਰਾਜੇ ਬਿਸ਼ਨ ਸਿੰਘ ਨੇ ਬਹੁਤ ਆਦਰ ਕੀਤਾ। ਸੋਨਾ, ਵਸਤਰ ਅਤੇ ਘੋੜੇ ਦਿੱਤੇ ਤੇ ਧਨ ਦੇ ਕੇ ਬਹੁਤ ਸਨਮਾਨਿਤ ਕੀਤੇ। ਵਿਦਾਇਗੀ ਲੈ ਕੇ ਚੱਲ ਕੇ ਵਾਪਸ ਆ ਗਏ ਤੇ ਬੇੜੀਆਂ ਤੇ ਚੜ੍ਹ ਕੇ ਦਰਿਆ ਦੇ ਪਾਰ ਆ ਉਤਰੇ। ਫਿਰ ਸੈਨਾ ਦੇ ਵਿੱਚ ਆ ਕੇ ਜਿੱਤ ਦਾ ਧੌਂਸਾ ਵਜਾ ਦਿੱਤਾ ਤੇ ਤੋਪਾਂ ਬੰਦੂਕਾਂ ਦੀਆਂ ਸ਼ਲਖਾਂ ਛੱਡੀਆਂ। ਤੁਰੰਤ ਫਤਿਹਨਾਮਾ ਲਿਖਿਆ ਤੇ ਬੜੀ ਛੇਤੀ ਦਿੱਲੀ ਵੱਲ ਭੇਜ ਦਿੱਤਾ। ਸੋ ਸਾਧ ਸੰਗਤ ਜੀ, ਇੱਥੇ 12ਵੀਂ ਰਾਸ ਦਾ 10ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਪ੍ਰਸੰਗ ਸੁਣਾਉਂਦੇ ਹੋਏ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।